ਅਨਐਕਸਪੈਕਟੇਬਲ ਜਿਹੜੀ ਚੀਜ਼ ਹੀ ਸੀ ਸਾਡੇ ਪਿੰਡ ਦੇ ਵਿੱਚ ਹੋਈ ਕਿ ਜਿਹੜੇ ਬੰਦੇ ਨੂੰ ਲੋਕੀ ਮਰਿਆ ਭਾਲਦੇ, ਜਦੋਂ ਵਿਆਹ ਹੋਇਆ ਲੋਕਾਂ ਦੇ ਜਿੱਦਾਂ ਕਹਿੰਦੇ ਪੈਰਾਂ ਥੱਲੋਂ ਜ਼ਮੀਨ ਖਿਸਕੀ ਕਿ ਬਈ ਇਹ ਬੰਦੇ ਨੇ ਕੀ ਕਰ ਦਿੱਤਾ। ਕੁਝ ਰਿਸ਼ਤੇਦਾਰਾਂ ਨੂੰ ਵੀ ਬਲੀਵ ਨਹੀਂ, ਉਹਨਾਂ ਨੇ ਘਰੇ ਆ ਕੇ ਚੈੱਕ ਤੱਕ ਕੀਤਾ ਕਿ ਹਾਂ ਵੀ ਸੱਚੀ ਕਿਤੇ ਮਜ਼ਾਕ ਤਾਂ ਨਹੀਂ ਕਰ ਰਹੇ, ਪ੍ਰੈਂਕ ਤਾਂ ਨਹੀਂ ਕਰਦੇ ਪਏ। ਅੱਛਾ, ਘਰ ਮਤਲਬ ਘਰੇ ਰਿਸ਼ਤੇਦਾਰ ਆਏ ਕੁਛ ਇੱਕ ਦੋ ਰਿਸ਼ਤੇਦਾਰ ਹੈਗੇ ਜਿਨ੍ਹਾਂ ਨੇ ਸਿਰਫ ਵੈਰੀਫਾਈ ਕੀਤਾ ਆਗੇ ਕਿ ਹਾਂ ਵੀ ਸੱਚੀ ਇਸ ਬੰਦੇ ਦਾ ਵਿਆਹ ਹੋਇਆ ਹੈ ਕਿ ਕਿਤੇ ਮਜ਼ਾਕ ਤਾਂ ਨਹੀਂ ਕਰਦਾ। ਮੇਰੇ ਸਿਰ ਦੇ ਵਿੱਚ 11,000 kV ਦਾ ਕਰੰਟ ਲੱਗ ਗਿਆ ਸੀ ਸਿਰ ਦੇ ਵਿੱਚ, ਤੇ ਜਦੋਂ ਮੈਂ ਡਿੱਗਿਆ ਆ ਉਦੋਂ ਮੇਰੇ ਸਿਰ ਜਿਹੜੀ ਸਪਾਈਨਲ ਕੋਰਡ ਇੰਜਰੀ ਹੋ ਗਈ, ਮੇਰੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਤੇ ਕਰੰਟ ਲੱਗਣ ਕਰਕੇ ਮੇਰੀ ਜਿਹੜੀ ਸਿਰ ਦੀ ਸਕਲ ਆ ਉੱਤਰ ਗਈ ਸੀ ਤੇ ਜਿਹਦੇ ਕਰਕੇ ਮੈਂ ਟੋਟਲੀ ਬੈੱਡ ਤੇ ਆ ਗਿਆ ਸੀ। ਮੈਨੂੰ ਮਤਲਬ ਕਿ ਇਸ ਦਾ ਕਹਿੰਦੇ ਹੁੰਦੇ ਸੀ ਕਿ ਲੰਗੜਾ ਗਿਆ ਕਿ ਲੰਗੜਾ ਸਾਡੀ ਲਾਈਫ ਦੇ ਵਿੱਚ ਕੀ ਹੈ, ਸਾਡੀ ਕੁੜੀ ਨੂੰ ਕੀ ਖੁਸ਼ ਕਰ ਲੂਗਾ, ਮਤਲਬ ਇਦਾਂ ਦੀ ਵਰਡ ਮਤਲਬ ਇਹਦੀ ਫੈਮਿਲੀ ਵੀ ਯੂਜ਼ ਕਰੀ। ਬਹੁਤ ਸਾਰੇ ਲੋਕ ਆ ਜਿਹੜੇ ਮੈਨੂੰ ਮੇਰੀ ਲਾਈਫ ਦੇ ਵਿੱਚ ਮੈਨੂੰ ਮੇਰੇ ਆਪਣੇ ਵੀ ਯੂਜ਼ ਕਰਦੇ ਕਿ ਲੰਗੜਾ ਹੁਣ ਇਹਨੇ ਕੀ ਕਰ ਲੈਣਾ ਜ਼ਿੰਦਗੀ ਦੇ ਵਿੱਚ। ਅੱਜ ਦੇ ਟਾਈਮ ਦੇ ਵਿੱਚ ਦੁਨੀਆ ਨਾ ਸਾਨੂੰ ਇਦਾਂ ਟਰੀਟ ਕਰਦੀ ਆ, ਮਤਲਬ ਸਾਰੇ ਨਹੀਂ ਕਹਿੰਦਾ ਬਟ ਕੁਝ ਲੋਕ ਇਦਾਂ ਟਰੀਟ ਕਰਦੇ ਆ ਵੀਲਚੇਅਰ ਪਰਸਨ ਨੂੰ ਕਿ ਸ਼ਾਇਦ ਇਹ ਪਤਾ ਨਹੀਂ ਕਿੱਡਾ ਕੁ ਜੁਰਮ ਕਰਕੇ ਵੀਲਚੇਅਰ ਤੇ ਬੈਠੇ। ਬਟ ਇੱਕ ਸਡਨਲੀ ਹੈਪਨ ਇਨਸੀਡੈਂਟ ਹੋਇਆ ਜਿਹਦੇ ਕਰਕੇ ਮੈਂ ਵੀਲਚੇਅਰ ਤੇ ਗਿਆ, ਨਹੀਂ ਤੇ ਮੈਂ ਵੀ ਨਾਰਮਲ ਪਰਸਨ ਵਾਂਗੂ ਆਪਣੀ ਨਾਰਮਲ ਲਾਈਫ ਇੰਜੋਏ ਕਰਦਾ ਪਿਆ ਸੀ। ਇੱਕ ਟਾਈਮ ਤੇ ਮੇਰੇ ਦਿਮਾਗ 'ਚ ਸੁਸਾਈਡਲ ਥੋਟ ਵੀ ਆਏ ਸੀ ਕਿ ਯਾਰ ਇਹੋ ਜਿਹੀ ਜ਼ਿੰਦਗੀ ਨਾਲ ਮੇਰੇ ਮਾਂ ਪਿਓ ਮੈਨੂੰ ਕਿਹੋ ਜਿਹੀ ਜ਼ਿੰਦਗੀ 'ਚੋਂ ਨਰਕ ਭਰੀ ਜ਼ਿੰਦਗੀ 'ਚੋਂ ਵੀ ਆ ਮੈਂ ਵੀ ਆ ਤੇ ਖਤਮ ਕਰ ਲਾਂ। ਬਟ ਇੱਕ ਟਾਈਮ ਟਰਨਿੰਗ ਪੁਆਇੰਟ ਮੇਰਾ ਨਾ ਆਪਰੇਟ ਦੇ ਦੌਰਾਨ ਮੇਰੀ ਮਤਲਬ ਕਿ ਮੇਰੇ ਪੱਥਰੀ ਦਾ ਆਪਰੇਟ ਹੁੰਦਾ ਪਿਆ ਸੀ, ਜਦੋਂ ਮੈਨੂੰ ਡਾਕਟਰ ਵਿਕਾਸ ਰਾਮਪਾਲ ਅੰਮ੍ਰਿਤਸਰ ਤੋਂ ਉਹਨਾਂ ਨੇ ਮੈਨੂੰ ਮਤਲਬ ਗਰਜੋਤ ਸਪਾਈਨਲ ਰੀਹੈਬ ਦੀ ਬਾਰੇ ਦੱਸਿਆ। ਜਦੋਂ ਮੈਂ ਇੱਥੇ ਆਇਆ ਮੈਨੂੰ ਸਰ ਨੇ ਜਦੋਂ ਮੇਰੀ ਕਾਉਂਸਲਿੰਗ ਕੀਤੀ, ਸਰ ਨੇ ਮੈਨੂੰ ਮੈਨੂੰ ਪੂਰੀ ਜ਼ਿੰਦਗੀ ਦਾ ਦੱਸਿਆ ਕਿਉਂਕਿ ਉਹ ਖੁਦ ਆਪ ਵੀਲਚੇਅਰ ਤੇ ਆ ਡਾਕਟਰ। ਉਹਨਾਂ ਨੇ ਜਦੋਂ ਮੈਨੂੰ ਸਾਰਾ ਜ਼ਿੰਦਗੀ ਦਾ ਮਾਇਨਾ ਸਮਝਾਇਆ ਕਿ ਹਾਂ ਵੀ ਆਪਾਂ ਇੱਥੇ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹਾਂ, ਫਿਰ ਜ਼ਿੰਦਗੀ ਦਾ ਪਤਾ ਲੱਗਾ। ਫਿਰ ਜ਼ਿੰਦਗੀ ਨੂੰ ਆਪਾਂ ਉਸ ਚੀਜ਼ ਤੋਂ ਕੱਢ ਕੇ ਉਹ ਹਨੇਰੇ ਦੇ ਵਿੱਚੋਂ ਕਿ ਇਸ ਜ਼ਿੰਦਗੀ ਨੂੰ ਛੱਡਣਾ ਹੈ ਹੁਣ ਬੈੱਡ ਨੂੰ। ਫਿਰ ਵੀ ਮੈਨੂੰ ਛੱਡਦਿਆਂ 2.5 ਸਾਲ ਲੱਗ ਗਏ ਬੈੱਡ ਨੂੰ। ਇਹ ਲੋਕਾਂ ਲਈ ਹੈਰਾਨੀ ਵਾਲੀ ਗੱਲ ਸੀ ਕਿ ਇੱਕ ਵੀਲਚੇਅਰ ਤੇ ਰਿਹਾ ਬੰਦਾ, ਮਤਲਬ ਕਿ ਜਿਹੜਾ ਪਹਿਲਾਂ ਟੋਟਲੀ ਬੈੱਡ ਤੇ ਸੀ, ਉੱਠਿਆ ਬੈੱਡ ਤੋਂ ਤੇ ਬੈੱਡ ਤੋਂ ਉੱਠਦਿਆਂ ਸਾਰੀ ਇਹਨੇ ਵਿਆਹ ਕਰ ਲਿਆ। ਔਰ ਸਭ ਤੋਂ ਮੇਨ ਉਹਨਾਂ ਦੀ ਜਿਹੜੀ ਬਲੀਵ ਨਾ ਕਰਨ ਵਾਲੀ ਚੀਜ਼ ਸੀ ਕਿ ਕੁੜੀ ਬਿਲਕੁਲ ਨਾਰਮਲ ਆ ਤੇ ਮੁੰਡਾ ਵੀਲਚੇਅਰ ਤੇ। ਕੁੜੀ ਨੇ ਕੀ ਸੋਚ ਕੇ ਐਕਸੈਪਟ ਕਰ ਲਿਆ। ਦੇ ਪਰਿਵਾਰ ਦਾ ਤੇ ਮੇਰੇ ਪਰਿਵਾਰ ਦਾ ਵੇਖਿਆ ਕਿਤੇ ਦੂਰ ਤੱਕ ਮੇਲ ਨਹੀਂ ਸੀ ਬਣਦਾ ਹੈਗਾ। ਬਟ ਇਹੋ ਚੀਜ਼ ਕਿਤੇ ਨਾ ਕਿਤੇ ਸਾਡੇ ਦੋਵਾਂ ਦੇ ਮੇਲ ਦੇ ਵਿੱਚ ਜਿਹੜੀ ਸੀ ਦਿੱਕਤ ਬਣਾਉਂਦੀ ਪਈ ਸੀ, ਜਿਹੜੀ ਇਹਦੀ ਫੈਮਿਲੀ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ ਹੈਗੀ। ਪੈਸਾ ਵੀ ਕਿਤੇ ਨਹੀਂ ਮੈਟਰ ਕਰਦਾ ਸੀ, ਕਿਤੇ ਬਹੁਤ ਘੱਟ ਮੈਟਰ ਕਰਦਾ ਹੋਊਗਾ ਉਸ ਟਾਈਮ ਤੇ ਇਹਨਾਂ ਲਈ। ਬਟ ਸਭ ਤੋਂ ਵੱਡਾ ਮੈਟਰ ਕਰਦਾ ਸੀ ਕਿ ਮੇਰੀ ਇੰਜਰੀ ਮੈਟਰ ਕਰਦੀ ਸੀ ਉਹਨਾਂ ਲਈ, ਕਿ ਜਿਹੜੀ ਸਾਡੀ ਜਿਸ ਪਰਸਨ ਨੂੰ ਇਹ ਚੂਜ਼ ਕਰਦੀ ਪਈ ਉਹ ਪਰਸਨ ਅੱਜ ਵੀਲਚੇਅਰ ਦੇ ਉੱਤੇ ਆ। ਅੱਜ ਕੱਲ ਧੋਖਾ ਜਿਹੜੀ ਮਤਲਬ ਕਿ ਜ਼ਿੰਦਗੀ ਚਾਹੁੰਦੇ ਆ, ਧੋਖਾ ਦੇਣਾ ਸਭ ਤੋਂ ਵੱਡਾ ਮੈਟਰ ਬਣਦਾ ਆ ਫਿਊਚਰ। ਕਿ ਆਪਾਂ ਜਿਸ ਬੰਦੇ ਨਾਲ ਜਾ ਰਹੇ ਹਾਂ, ਸਭ ਤੋਂ ਪਹਿਲਾਂ ਦੁਨੀਆ ਵੇਂਦੀ ਆ ਫਿਊਚਰ। ਜੇ ਅੱਜ ਇਹਦੇ ਕੋਲ ਪੈਸਾ ਹੈਗਾ ਆ ਤੇ ਉਹ ਉਸ ਬੰਦੇ ਨੂੰ ਚੂਜ਼ ਕਰਦੇ ਆ, ਬਟ ਇਹ ਆਉਣ ਵਾਲਾ ਫਿਊਚਰ ਨਹੀਂ ਵੇਂਦੇ ਕਿ ਸ਼ਾਇਦ ਜੇ ਇਹਦੇ ਕੋਲ ਅੱਜ ਪੈਸਾ ਨਹੀਂ ਹੈਗਾ ਤੇ ਸ਼ਾਇਦ ਆਉਣ ਵਾਲੇ ਸਮੇਂ 'ਚ ਹੋ ਸਕਦਾ ਆ। ਕਿਉਂਕਿ ਬੰਦੇ ਦੇ ਕਦੀ ਵੀ ਪ੍ਰੈਜ਼ੈਂਟ ਨੂੰ ਵੇਖ ਕੇ ਉਹਦਾ ਫਿਊਚਰ ਨਹੀਂ ਜੱਜ ਕਰਨਾ ਚਾਹੀਦਾ ਕਿ ਫਿਊਚਰ 'ਚ ਕੀ ਹੋ ਸਕਦਾ ਆ। ਮੇਰੇ ਲਈ ਇਹਦੇ ਲਈ ਕਦੀ ਵੀ ਇਹਦਾ ਕੋਈ ਮੁੱਲ ਨਹੀਂ ਹੈਗਾ ਕਿਉਂਕਿ ਜਿੰਨੇ ਮੇਰਾ ਹੱਥ ਫੜ ਲਿਆ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਆਣ ਕੇ, ਉਹੀ ਮੇਰੇ ਲਈ ਸਭ ਤੋਂ ਵੱਡਾ ਕੀਮਤੀ ਤੋਹਫਾ ਆ, ਮੇਰੇ ਲਈ ਸਭ ਤੋਂ ਵੱਡੀ ਮੇਰੀ ਕਮਾਈ ਆ ਜ਼ਿੰਦਗੀ ਦੀ। ਵੀਰੇ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਮੁਖ ਸਿੰਘ ਹੈ ਮੈਮ। ਕੀ ਕਰਦੇ ਹੋ ਤੁਸੀਂ? ਮੈਂ ਸਟੱਡੀ ਕਰਦਾ ਆ। ਮੈਮ ਤੁਹਾਡਾ ਕੀ ਨਾਮ ਹੈ? ਗੁਰਪ੍ਰੀਤ ਕੌਰ। ਓਕੇ, ਤੁਸੀਂ ਕੀ ਕਰਦੇ ਹੋ? ਮੈਂ ਜੌਬ ਕਰਦੀ ਹਾਂ। ਓਕੇ, ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ? 1.5 ਸਾਲ ਹੋ ਗਿਆ ਮੈਮ। ਅੱਛਾ, 1.5 ਸਾਲ ਹੋ ਗਿਆ। ਤੇ ਵੀਰੇ ਤੁਸੀਂ ਵੀਲਚੇਅਰ ਤੇ ਕਿਵੇਂ ਆਏ ਹੋ? ਕੋਈ ਵਿਆਹ ਤੋਂ ਪਹਿਲਾਂ ਜਾਂ ਇਨਸੀਡੈਂਟ ਹੋਇਆ ਜਾਂ ਬਾਅਦ ਵਿੱਚ? ਮੇਰਾ ਜਿਹੜਾ ਇਨਸੀਡੈਂਟ ਆ ਮੇਰਾ ਵਿਆਹ ਤੋਂ ਪਹਿਲਾਂ ਹੋਇਆ ਸੀ। ਮੇਰੇ ਸਿਰ ਦੇ ਵਿੱਚ 11,000 kV ਦਾ ਕਰੰਟ ਲੱਗ ਗਿਆ ਸੀ ਸਿਰ ਦੇ ਵਿੱਚ, ਤੇ ਜਦੋਂ ਮੈਂ ਡਿੱਗਿਆ ਆ ਉਦੋਂ ਮੇਰੀ ਜਿਹੜੀ ਸਪਾਈਨਲ ਕੋਰਡ ਇੰਜਰੀ ਹੋ ਗਈ, ਮੇਰੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਤੇ ਕਰੰਟ ਲੱਗਣ ਕਰਕੇ ਮੇਰੀ ਜਿਹੜੀ ਸਿਰ ਦੀ ਸਕਲ ਆ ਉੱਤਰ ਗਈ ਸੀ ਤੇ ਜਿਹਦੇ ਕਰਕੇ ਮੈਂ ਟੋਟਲੀ ਬੈੱਡ ਤੇ ਆ ਗਿਆ ਸੀ। ਤੇ ਮੈਂ 2.5-3 ਸਾਲਾਂ ਬਾਅਦ ਮੈਂ ਬੈੱਡ ਤੋਂ ਉੱਠ ਕੇ ਫਿਰ ਮੈਂ ਆਪਣੀ ਸਟੱਡੀ ਸਟਾਰਟ ਕੀਤੀ ਸੀ ਲਵਲੀ ਯੂਨੀਵਰਸਿਟੀ ਦੇ ਵਿੱਚ। ਔਰ ਰਾਈਟ ਨਾਓ ਮੈਂ ਫਾਈਨਲ ਈਅਰ ਦੇ ਵਿੱਚ ਆ BCA ਸਾਈਬਰ ਸਿਕਿਉਰਿਟੀ ਕਰਦਾ ਪਿਆ ਉੱਥੇ। ਹਾਂਜੀ, ਠੀਕ ਹੈ। ਤੇ ਮੈਮ ਤੁਸੀਂ ਇਹਨਾਂ ਨੂੰ ਮਤਲਬ ਤੁਹਾਡੀ ਲਵ ਮੈਰਿਜ ਹੈ ਜਾਂ ਅਰੇਂਜ ਹੈ? ਲਵ ਮੈਰਿਜ। ਅੱਛਾ, ਲਵ ਮੈਰਿਜ। ਤੁਸੀਂ ਕਿੱਥੇ ਮਿਲੇ ਇਹਨਾਂ ਨੂੰ? ਮੈਂ ਯੂਨੀਵਰਸਿਟੀ ਮਿਲੇ ਸੀ। ਅੱਛਾ, ਤੇ ਉਦੋਂ ਵੀਰਾ ਇੱਥੇ ਸੀਗਾ ਵੀਲਚੇਅਰ ਤੇ, ਹੈ ਨਾ? ਹਾਂਜੀ, ਨਹੀਂ ਅਸੀਂ ਮਿਲੇ ਨਹੀਂ ਸੀ, ਕਾਲ ਤੇ ਹੀ ਗੱਲ ਹੁੰਦੀ ਸੀ ਸਾਡੀ। ਅੱਛਾ, ਕਾਲ ਤੇ ਹੀ ਹੁੰਦੀ ਸੀ। ਨੰਬਰ ਕਿਵੇਂ ਐਕਸਚੇਂਜ ਹੋਇਆ?
ਨੰਬਰ ਐਵੇਂ ਯੂਨੀਵਰਸਿਟੀ 'ਚ ਪੜ੍ਹਦੇ ਸੀ, ਗਰੁੱਪ ਬਣੇ ਹੁੰਦੇ ਆ ਕਲਾਸ 'ਚ, ਬਸ ਇੱਦਾਂ ਹੀ ਨੰਬਰ ਮਿਲ ਗਿਆ ਸੀ। ਅੱਛਾ, ਤੇ ਫਿਰ ਕਿਹਨਾਂ ਨੇ ਕਾਲ ਕਰੀ ਸੀ ਪਹਿਲਾਂ? ਇਹਨਾਂ ਨੇ ਕੀਤੀ ਸੀਗੀ, ਵੈਸੇ ਅਸਾਈਨਮੈਂਟ ਮਤਲਬ ਪੁੱਛਦੇ ਹੁੰਦੇ ਸੀਗੇ, ਆਪਾਂ ਡਿਸਕਸ ਕਰਦੇ ਹੁੰਦੇ ਸੀ ਦੋਨੋਂ ਇੱਕ ਦੂਜੇ ਨਾਲ। ਉਹਦੇ ਨਾਲ। ਦੇਖਿਆ ਨਹੀਂ ਸੀ ਤੁਸੀਂ ਕਲਾਸਮੇਟ ਸੀਗੇ ਇਕੱਠੇ ਇੱਕ ਦੂਜੇ ਨੂੰ? ਨਹੀਂ ਦੇਖਿਆ ਨਹੀਂ ਸੀ, ਇਹਨਾਂ ਨੇ ਮੈਨੂੰ ਪਹਿਲਾਂ ਹੀ ਦੱਸਤਾ ਸੀ ਵੀ ਮੈਂ ਇੱਦਾਂ ਵੀਲਚੇਅਰ 'ਤੇ ਆ। ਹਾਂਜੀ ਠੀਕ ਹੈ, ਤੇ ਫਿਰ ਅੱਗੇ ਕਿਵੇਂ ਗੱਲ ਵਧੀ ਉਸ ਬਾਰੇ ਵੀ ਦੱਸੋ। ਸਾਡੀ ਮੈਮ ਗੱਲ ਇਦਾਂ ਹੋਈ ਸੀ ਕਿ ਜਦੋਂ ਸਾਡਾ ਫਸਟ ਈਅਰ ਸੀ, ਸਟਾਰਟਿੰਗ ਦੀ ਸਟੱਡੀ ਦੀ ਮੇਰੀ ਦੀ, ਉਦੋਂ ਮੈਮ ਗੁਰਪ੍ਰੀਤ ਦੇ ਨਾਲ ਮਿਲਿਆ ਸੀ ਉੱਥੇ ਯੂਨੀਵਰਸਿਟੀ ਦੇ ਵਿੱਚ। ਉਹ ਕਿਉਂਕਿ ਸਾਰਾ ਆਨਲਾਈਨ ਮੋਡ ਤੇ ਪੜ੍ਹਾਈ ਹੁੰਦੀ ਸੀ, ਸਾਡੀਆਂ ਅਸਾਈਨਮੈਂਟ ਹੋ ਗਈਆਂ, ਸਾਡੇ ਐਗਜ਼ਾਮ ਹੋ ਗਏ, ਉਹਦੇ ਕਰਕੇ ਡਿਸਕਸ਼ਨ ਚੱਲਦੀ ਹੁੰਦੀ, ਸਾਡੇ ਗਰੁੱਪ ਕਾਮਨ ਗਰੁੱਪ ਬਣੇ ਹੁੰਦੇ ਸੀ, ਤੇ ਉਹਦੇ ਵਿੱਚ ਗੱਲਾਂ ਕਰਦੇ ਕਰਦੇ ਇੰਟਰੈਕਟ ਕਰਦੇ ਕਰਦੇ ਸਾਡੀ ਅਟਰੈਕਸ਼ਨ ਇੱਕ ਦੂਜੇ ਵੱਲ ਦੋਵਾਂ ਦੀ ਵੱਧ ਗਈ ਸੀ। ਫਿਰ ਸਾਡੀ ਹੌਲੀ ਹੌਲੀ ਸਾਡੀ ਇੰਸਟਾਗ੍ਰਾਮ ਆਈਡੀ ਚੇਂਜ ਹੋਈਆਂ, ਤੇ ਬਾਅਦ ਵਿੱਚ ਜਾ ਕੇ ਨੰਬਰ ਐਕਸਚੇਂਜ ਹੋਏ ਸੀ। ਫਿਰ ਆਪਾਂ ਇੱਕ ਦੂਜੇ ਨਾਲ ਗੱਲ ਕਰਨੀ ਸਟਾਰਟ ਕੀਤੀ, ਬੌਂਡਿੰਗ ਬਾਬਾ ਜੀ ਦੀ ਮਿਹਰ ਨਾਲ ਇੰਨੀ ਵਧੀਆ ਬਣ ਗਈ ਕਿ ਅੱਜ ਸਾਡੀ ਮੈਰਿਜ ਨੂੰ 1.5 ਸਾਲ ਹੋ ਗਿਆ ਆ। ਹਾਂਜੀ ਠੀਕ ਹੈ, ਹਾਂਜੀ। ਤੇ ਵਿਆਹ ਦਾ ਕਦੋਂ ਸੋਚਿਆ ਤੁਸੀਂ? ਵਿਆਹ ਦਾ ਮੈਮ ਸੋਚਣਾ ਇੱਦਾਂ ਕਿ ਕੋਈ ਸਾਡੀ ਫੈਮਿਲੀ ਦੇ ਵਿੱਚ ਇਸ਼ੂਜ਼ ਇੱਦਾਂ ਦੇ ਕ੍ਰੀਏਟ ਹੋ ਗਏ ਸੀ, ਜਿਹਦੇ ਕਰਕੇ ਸਾਨੂੰ ਆਪਣੇ ਮਤਲਬ ਕਿ ਇਸ ਚੀਜ਼ ਬਾਰੇ ਪਲਾਨ ਕਰਨਾ ਪਿਆ, ਕਿਉਂਕਿ ਮੈਂ ਇਸ ਚੀਜ਼ ਲਈ ਬਿਲਕੁਲ ਪ੍ਰਿਪੇਅਰ ਨਹੀਂ ਸੀ ਪਹਿਲਾਂ। ਤੇ ਬਟ ਜੋ ਹਾਲਾਤ ਇੱਦਾਂ ਦੇ ਬਣ ਗਏ ਕਿ ਇਹ ਇੱਕ ਫੈਸਲਾ ਜਿਹੜਾ ਆ ਲੈਣਾ ਪੈ ਗਿਆ ਔਨ ਦੀ ਸਪੋਰਟ। ਤੇ ਹਾਲਾਤ ਕੀ ਬਣੇ? ਹਾਲਾਤ ਇੱਦਾਂ ਬਣ ਗਏ ਸੀ ਮੈਮ, ਗੁਰਪ੍ਰੀਤ ਦੀ ਜਿਹੜੀ ਫੈਮਿਲੀ ਆ ਉਹ ਵੈਲ ਸੈਟਲ ਆ, ਮਤਲਬ ਕਿ ਇਹਦੇ ਫਾਦਰ ਸਾਹਿਬ ਅਮਰੀਕਾ ਆ, ਤੇ ਇਹਦੀ ਫੈਮਿਲੀ ਬੈਕਗਰਾਉਂਡ ਵਧੀਆ ਹੈ। ਔਰ ਜੇ ਮੇਰੇ ਫੈਮਿਲੀ ਬੈਕਗਰਾਉਂਡ ਦੀ ਗੱਲ ਕੀਤੀ ਜਾਵੇ, ਮੇਰੀ ਫੈਮਿਲੀ ਜਿਹੜੇ ਮੇਰੇ ਫਾਦਰ ਸਾਹਿਬ ਆ ਉਹ ਕਿਸਾਨੀ ਕਰਦੇ ਆ, ਮੈਂ ਖੇਤੀਬਾੜੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਆ, ਪਸ਼ੂ ਰੱਖੇ ਹੋਏ ਆ ਅਸੀਂ। ਤੇ ਸੈਕਿੰਡ, ਮੈਂ ਮਾਪਿਆਂ ਦਾ ਇਕੱਲਾ ਪੋਤੀ, ਉਹ ਵੀ ਬੈੱਡ ਹਿੱਡਨ ਸੀ, ਮਤਲਬ ਬੈੱਡ ਦੇ ਉੱਪਰ ਸੀ। ਇਸ ਕਰਕੇ ਇਹਦੀ ਤੇ ਜੇ ਇਹਦੇ ਪਰਿਵਾਰ ਦਾ ਤੇ ਮੇਰੇ ਪਰਿਵਾਰ ਦਾ ਵੇਖਿਆ, ਕਿਤੇ ਦੂਰ ਦੂਰ ਤੱਕ ਮੇਲ ਨਹੀਂ ਸੀ ਬਣਦਾ ਹੈਗਾ। ਬਟ ਇਹੋ ਹੀ ਚੀਜ਼ ਕਿਤੇ ਨਾ ਕਿਤੇ ਸਾਡੇ ਦੋਵਾਂ ਦੇ ਮੇਲ ਦੇ ਵਿੱਚ ਜਿਹੜੀ ਸੀ ਦਿੱਕਤ ਬਣਾਉਂਦੀ ਪਈ ਸੀ, ਜਿਹੜੀ ਇਹਦੀ ਫੈਮਿਲੀ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ ਹੈਗੀ। ਪੈਸਾ ਵੀ ਕਿਤੇ ਨਹੀਂ ਮੈਟਰ ਕਰਦਾ ਸੀ, ਕਿਤੇ ਬਹੁਤ ਘੱਟ ਮੈਟਰ ਕਰਦਾ ਹੋਊਗਾ ਉਸ ਟਾਈਮ ਤੇ ਇਹਨਾਂ ਲਈ, ਬਟ ਸਭ ਤੋਂ ਵੱਡਾ ਮੈਟਰ ਕਰਦਾ ਸੀ ਕਿ ਮੇਰੀ ਇੰਜਰੀ ਮੈਟਰ ਕਰਦੀ ਸੀ ਉਹਨਾਂ ਲਈ, ਕਿ ਜਿਹੜੀ ਸਾਡੀ ਜਿਸ ਪਰਸਨ ਨੂੰ ਇਹ ਚੂਜ਼ ਕਰਦੀ ਪਈ, ਉਹ ਪਰਸਨ ਅੱਜ ਵੀਲ ਚੇਅਰ ਦੇ ਉੱਤੇ ਆ, ਤੇ ਇਹ ਸਭ ਤੋਂ ਵੱਡਾ ਮੈਟਰ ਬਣਦਾ ਪਿਆ ਸੀ। ਤੇ ਉਹਦੇ ਕਰਕੇ ਇਹਦੀ ਫੈਮਿਲੀ ਨੇ ਇਹਦੀ ਪੜ੍ਹਾਈ ਦੇ ਗਾੜੀ ਬੈਰੀਅਰ ਲਾਉਣੇ ਸ਼ੁਰੂ ਕਰ ਦਿੱਤੇ, ਕਿ ਜੇ ਤੂੰ ਉਹਦੇ ਨਾਲ ਗੱਲ ਕਰੇਂਗੀ ਜਾਂ ਤੂੰ ਉਹਦੇ ਨਾਲ ਰਹੇਂਗੀ, ਆਪਾਂ ਤੇਰੀ ਪੜ੍ਹਾਈ ਛਡਾਵਾਂਗੇ, ਇਹ ਹੋਊਗਾ। ਇਹੋ ਜਿਹੇ ਕੁਝ ਸਿਚੁਏਸ਼ਨ ਸਾਡੇ ਗਾੜੀ ਇੱਦਾਂ ਦੀਆਂ ਆ ਕੇ ਖੜੀਆਂ ਹੋ ਗਈਆਂ ਸੀ ਕਿ ਜਿਹਦੇ ਕਰਕੇ ਡਿਸੀਜਨ ਲੈਣਾ ਪੈ ਗਿਆ ਜੀ। ਤੇ ਮੈਂ ਘਰਦਿਆਂ ਨੂੰ ਮਨਾਉਣ ਦੇ ਵਿੱਚ ਕਿੰਨੀਆਂ ਕੀ ਪ੍ਰੋਬਲਮਸ ਫੇਸ ਕੀਤੀਆਂ ਤੁਸੀਂ? ਘਰਦੇ ਤਾਂ ਮੰਨਦੇ ਨਹੀਂ ਸੀ, ਉਹਨਾਂ ਨੇ ਸਾਫ਼ ਮਨਾ ਕੀਤਾ ਹੋਇਆ ਸੀ ਵੀ ਕੀ ਨਹੀਂ, ਕਹਿੰਦੇ ਸੀਗੇ? ਵੀ ਨਹੀਂ ਤੂੰ ਵਿਆਹ ਨਹੀਂ ਕਰਾਉਣਾ, ਤੂੰ ਕਿੱਦਾਂ ਰਹੇਂਗੀ ਇਹਦੇ ਨਾਲ, ਕਿੱਦਾਂ ਸਾਰੀ ਉਮਰ ਕੱਟੇਂਗੀ। ਇਸ ਕਰਕੇ ਮੰਨਦੇ ਨਹੀਂ ਸੀਗੇ ਉਹ ਤਾਂ। ਜਦ ਇਹਨਾਂ ਨੇ ਕਾਲਸ ਵੀ ਕੀਤੀਆਂ, ਬਹੁਤ ਕੀਤੀਆਂ, ਪਰ ਮੰਮਾ ਨੇ ਨਹੀਂ ਚੱਕੀਆਂ, ਬਲੌਕ ਕਰ ਦਿੱਤਾ, ਕੀਤਾ ਨਹੀਂ ਉਹਨਾਂ ਨੇ। ਜੀ। ਹਾਂਜੀ। ਤੇ ਵੀਰੇ ਜਦੋਂ ਇਹਨਾਂ ਦੀ ਫੈਮਿਲੀ ਕਹਿੰਦੀ ਸੀ ਨਾ ਇਹ ਸਭ ਚੀਜ਼ਾਂ, ਤੇ ਤੁਹਾਡੇ ਤੇ ਉਸ ਟਾਈਮ ਕੀ ਬੀਤਦੀ ਪਈ ਸੀ? ਫਸਟ ਆਫ ਆਲ ਕਿ ਮੈਂ ਇਹ ਸਟੈਪ ਚੁੱਕਣ ਦੇ ਵਿੱਚ ਮਤਲਬ ਕਿ ਮੈਂ ਰਾਜ਼ੀ ਨਹੀਂ ਸੀ, ਕਿਉਂਕਿ ਮੈਂ ਵੀ ਇੱਕ ਇੱਦਾਂ ਦੀ ਮੇਰੀ ਪਰਵਰਿਸ਼ ਹੈ ਕਿ ਮੇਰਾ ਵੀ ਦਿਲ ਕਰਦਾ ਕਿ ਇਹ ਸਟੈਪ ਨਾ ਚੁੱਕਾਂ। ਮੈਂ ਇਹਦੀ ਫੈਮਿਲੀ ਨੂੰ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਐਗਰੀ ਕਰ ਲਾਂ। ਮੈਂ ਇਹਦੀ ਮੰਮੀ ਨੂੰ ਕਾਲ ਕੀਤੀਆਂ, ਮਤਲਬ ਕਿ ਕਾਫੀ ਟਾਈਮ ਕਾਲ ਕੀਤੀ, 1-2 ਵਾਰ ਨਹੀਂ, ਕਾਫੀ ਟਾਈਮ ਇਹਨਾਂ ਨੇ ਫੋਨ ਪਿਕ ਨਹੀਂ ਕੀਤਾ, ਬਲੌਕ ਕਰ ਦਿੱਤਾ। ਸੈਕਿੰਡ ਜਿਹੜਾ ਮੈਮ ਤੁਹਾਡਾ ਕੁਐਸਚਨ ਹੀ ਕਿ ਫੀਲ ਕਿੱਦਾਂ ਦਾ ਕਰਦਾ, ਫੀਲ ਮੈਮ ਸਿਰਫ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਨਾ ਸਾਨੂੰ ਇਦਾਂ ਟਰੀਟ ਕਰਦੀ ਆ, ਮਤਲਬ ਸਾਰੇ ਨਹੀਂ ਕਹਿੰਦਾ, ਬਟ ਕੁਝ ਲੋਕ ਇਦਾਂ ਟਰੀਟ ਕਰਦੇ ਆ ਵੀਲ ਚੇਅਰ ਪਰਸਨ ਨੂੰ ਕਿ ਸ਼ਾਇਦ ਇਹ ਪਤਾ ਨਹੀਂ ਕਿੱਡਾ ਕੁ ਜੁਰਮ ਕਰਕੇ ਵੀਲ ਚੇਅਰ ਤੇ ਬੈਠੇ। ਬਟ ਇੱਕ ਸਡਨਲੀ ਹੈਪਨ ਇੰਸੀਡੈਂਟ ਹੋਇਆ ਜਿਹਦੇ ਕਰਕੇ ਮੈਂ ਵੀਲ ਚੇਅਰ ਤੇ ਹੈਗਾ, ਨਹੀਂ ਤੇ ਮੈਂ ਵੀ ਨਾਰਮਲ ਪਰਸਨ ਵਾਂਗੂ ਆਪਣੀ ਨਾਰਮਲ ਲਾਈਫ ਇੰਜੋਏ ਕਰਦਾ ਪਿਆ ਸੀ। ਬਟ ਇੱਕ ਇੰਸੀਡੈਂਟ ਨੇ ਮੇਰੀ ਟੋਟਲੀ ਲਾਈਫ ਜਿਹੜਾ ਸਿੱਕੇ ਦਾ ਦੂਸਰਾ ਪਹਿਲੂ ਆ ਉੱਪਰ ਕਰ ਦਿੱਤਾ, ਜਿਹੜਾ ਮੇਰਾ ਜ਼ਿੰਦਗੀ ਦਾ ਪਹਿਲੂ ਥੱਲੇ ਚਲਾ ਗਿਆ, ਤੇ ਆ ਜਿਹੜੀ ਲਾਈਫ ਉੱਪਰ ਆ ਗਈ। ਇਹੋ ਚੀਜ਼ ਆ ਜਿਹੜੀ ਲੋਕ ਐਕਸੈਪਟ ਨਹੀਂ ਕਰਦੇ ਹੈਗੇ। ਬਟ ਇੱਕ ਚੀਜ਼ ਆ ਸੋਚਣ ਵਾਲੀ ਕਿ ਜੇ ਆਪਾਂ ਨਾਰਮਲ ਪਰਸਨ ਦੇ ਨਾਲ ਆਪਾਂ ਮੈਰਿਜ ਕਰਦੇ, ਰੱਬ ਨਾ ਕਰੇ ਉਹਦੇ ਨਾਲ ਸਡਨਲੀ ਇੰਸੀਡੈਂਟ ਕੋਈ ਇਦਾਂ ਦਾ ਹੋ ਜਾਂਦਾ, ਫਿਰ ਆਪਾਂ ਕੀ ਕਰ ਲੈਂਦੇ ਉੱਥੇ। ਇਹ ਚੀਜ਼ਾਂ ਲੋਕ ਨਹੀਂ ਸੋਚਦੇ ਹੈਗੇ। ਪੈਸਾ ਤਾਂ ਮੈਟਰ ਨਹੀਂ ਕਰਦਾ ਹੈਗਾ, ਪੈਸਾ ਤੇ ਇੱਕ ਇਦਾਂ ਦੀ ਚੀਜ਼ ਆ ਕਿ ਜਿਹੜੀ ਗੇਨ ਕੀਤੀ ਜਾ ਸਕਦੀ, ਕਮਾਈ ਜਾ ਸਕਦੀ ਹੈ। ਕਿ ਮੈਮ ਜੇ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਹਰ ਇੱਕ ਕੁੜੀ ਵੇਖਦੀ ਹੈ ਕਿ ਉਹਦਾ ਹਸਬੈਂਡ ਵੈਲ ਸੈਟਲਡ ਹੋਵੇ, ਉਹਦੇ ਕੋਲੇ ਚੰਗਾ ਪੈਸਾ ਹੋਵੇ, ਫਿੱਟ ਹੋਵੇ, ਤੇ ਤੁਸੀਂ ਇਹ ਚੀਜ਼ਾਂ ਨਹੀਂ ਸੋਚਦੇ ਸੀਗੇ, ਤੇ ਤੁਸੀਂ ਵੀਰੇ ਨੂੰ ਚੂਜ਼ ਕਿਉਂ ਕੀਤਾ, ਇਹ ਵੀ ਦੱਸੋ ਜ਼ਰੂਰ। ਨਹੀਂ, ਮੈਂ ਸੋਚਿਆ ਨਹੀਂ ਹੈਗਾ, ਕਿਉਂਕਿ ਮੈਨੂੰ ਪਤਾ ਸੀਗਾ ਵੀ ਇਹ ਕਰ ਸਕਦੇ ਆ ਸਾਰਾ, ਇਹਨਾਂ ਤੋਂ ਹੁਨਰ ਆ, ਆਪਣਾ ਕਰ ਲੈਂਦੇ ਆ ਸਭ ਕੁਝ ਆਪਣੇ ਆਪ।
ਤੇ ਇਹਨਾਂ ਨੂੰ ਕਿਉਂ ਚੂਜ਼ ਕੀਤਾ? ਕਿਉਂਕਿ ਤੁਹਾਡੇ ਕੋਲ ਤੇ ਬਹੁਤ ਸਾਰੀਆਂ ਆਪਸ਼ਨਸ ਸੀ, ਤੁਸੀਂ ਬਿਲਕੁਲ ਠੀਕ ਹੋ, ਪੜ੍ਹੇ ਲਿਖੇ ਹੋ, ਫੈਮਿਲੀ ਤੁਹਾਡੀ ਸੈਟਲ ਹੈ, ਹੋਰ ਵੀ ਬਹੁਤ ਸਾਰੇ ਚੰਗੇ ਮੁੰਡੇ ਮਿਲਣੇ ਸੀ ਤੁਹਾਨੂੰ ਤੇ। ਨਹੀਂ, ਇਹਨਾਂ ਦਾ ਨੇਚਰ ਵਧੀਆ ਲੱਗਾ, ਬਸ ਜਿੱਥੇ ਦਿਲ ਮਿਲ ਜਾਣ ਫਿਰ ਕਿ ਨਹੀਂ ਹੋਰ ਕਿਤੇ ਜਾਣਾ ਹੀ ਨਹੀਂ, ਇਹਨਾਂ ਨੇ ਵਿਆਹ ਕਰਾਉਣਾ। ਤੇ ਜ਼ਿੰਦਗੀ ਦੇ ਵਿੱਚ ਆ ਡਰ ਨਹੀਂ ਸਤਾਇਆ ਤੁਹਾਨੂੰ ਕਿ ਮੁੰਡਾ ਵੀਲ ਚੇਅਰ ਤੇ ਆ, ਮੈਨੂੰ ਸਾਰੀ ਮਤਲਬ ਜ਼ਿੰਦਗੀ ਇਹਨਾਂ ਦਾ ਧਿਆਨ ਰੱਖਣੇ ਪੈਣਾ ਕਿਉਂਕਿ ਖੁਦ ਆਪਣਾ ਕੰਮ ਨਹੀਂ ਕਰ ਪਾਣਗੇ, ਮੈਂ ਕੀ ਕਰਾਂਗੀ? ਮਤਲਬ ਕਿ ਮੋਸਟਲੀ ਹੁੰਦਾ ਕੁੜੀਆਂ ਦਾ ਕਿ ਮੁੰਡਾ ਠੀਕ ਹੋਵੇ ਜਾਂ ਕਿਵੇਂ, ਇਹੋ ਜਿਹੀਆਂ ਚੀਜ਼ਾਂ ਨਹੀਂ ਚੱਲਦੀਆਂ ਸੀ ਮਾਈਂਡ ਦੇ ਵਿੱਚ? ਨਹੀਂ, ਕੋਈ ਡਰ ਨਹੀਂ ਲੱਗਿਆ। ਕੋਈ ਡਰ ਨਹੀਂ ਲੱਗਿਆ? ਨਹੀਂ। ਵੀਰੇ ਤੁਹਾਨੂੰ ਨਹੀਂ ਡਰ ਲੱਗਦਾ ਪਿਆ ਸੀਗਾ ਕਿ ਵੀ ਇੱਕ ਕੁੜੀ ਲੈ ਕੇ ਆਉਣੀ ਮੈਂ, ਹਨਾ, ਵਿਆਹ ਕੇ ਪਤਾ ਨਹੀਂ ਮੈਨੂੰ ਖੁਸ਼ ਰੱਖ ਪਾਊਂਗਾ ਕਿ ਨਹੀਂ ਰੱਖ ਪਾਊਂਗਾ? ਮੈਮ ਇਹ ਜ਼ਰੂਰ ਇਹ ਮਤਲਬ ਕਿ ਦਿਮਾਗ ਦੇ ਵਿੱਚ ਜਦੋਂ ਇੱਕ ਇਕੱਲਾ ਬੰਦਾ ਆਪਣੀ ਲਾਈਫ ਨੂੰ ਕਰਦਾ ਉਦੋਂ ਅਪ ਡਾਊਨਸ ਵੀ ਆਉਣ ਤੇ ਪਤਾ ਹੈ ਕਿ ਮੈਂ ਇਕੱਲੇ ਨੇ ਆਪਣੇ ਆਪ ਨੂੰ ਸੌਰਟ ਆਊਟ ਕਰਨੇ ਆ, ਬਟ ਜਦੋਂ ਇੱਕ ਸੈਕਿੰਡ ਪਰਸਨ ਨੂੰ ਆਪਣੀ ਲਾਈਫ ਦੇ ਵਿੱਚ ਉਹਨੂੰ ਬੈਟਰ ਹਾਫ ਮੇਰੀ ਆਉਂਦੀ ਆ, ਮੇਰੀ ਲਾਈਫ ਦੀ ਮਤਲਬ ਨਾਲ ਮੇਰੇ ਜੁਆਇਨ ਮੇਰੀ ਲਾਈਫ ਦੇ ਵਿੱਚ ਆਈ ਆ, ਤੇ ਇਹ ਜ਼ਰੂਰ ਜ਼ਿੰਮੇਵਾਰੀਆਂ ਮੇਰੀਆਂ ਵੱਧਦੀਆਂ ਹੈ ਕਿ ਮੈਂ ਕਿੱਦਾਂ ਇਹਨੂੰ ਅੱਗੇ ਲੈ ਕੇ ਜਾਊਂਗਾ। ਇਹ ਜ਼ਰੂਰ ਮੇਰੇ ਦਿਮਾਗ 'ਚ ਕੁਐਸਚਨ ਆਇਆ ਸੀ, ਬਟ ਇੱਕ ਚੀਜ਼ ਸੀ ਕਿ ਮੈਨੂੰ ਪਤਾ ਸੀ ਕਿ ਮੈਂ ਇਸ ਚੀਜ਼ ਨੂੰ ਹੈਂਡਲ ਕਰ ਸਕਦਾ ਵਾਂ, ਕਿੱਦਾਂ ਕਰਨਾ ਆ, ਉਹ ਵੀ ਸਾਰੀ ਪਲੈਨਿੰਗ ਕਰਕੇ ਮੈਂ ਇਸ ਚੀਜ਼ ਨੂੰ ਤੁਰਿਆ ਸੀ ਆਪਣੇ ਵੱਲੋਂ। ਤੇ ਇੱਕ ਲੜਕੀ ਦੇ ਲਈ ਸਭ ਤੋਂ ਮਤਲਬ ਕਿ ਜਿਹੜੀ ਕੁੜੀ ਹੁੰਦੀ ਆ ਸਭ ਤੋਂ ਔਖਾ ਹੁੰਦਾ ਜੇ ਲਵ ਮੈਰਿਜ ਕਰਾਉਣੀ ਆ ਤੇ ਫਾਦਰ ਨੂੰ ਜੀ। ਤੇ ਤੁਹਾਨੂੰ ਕਿੰਨੀਆਂ ਕਿ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਤੇ ਫਾਦਰ ਸਾਹਿਬ ਨੂੰ ਮਨਾਉਣ? ਮੈਂ ਫਸਟ ਆਫ ਆਲ ਫਾਦਰ ਸਾਹਿਬ ਨੂੰ ਮਨਾਉਣ ਵਾਸਤੇ, ਫਾਦਰ ਸਾਹਿਬ ਤੇ ਅੱਜ ਤੱਕ ਨਹੀਂ ਮੰਨੇ ਹੈਗੇ ਨਾ, ਫਾਦਰ ਮਤਲਬ ਫੈਮਿਲੀ ਦਾ ਕੋਈ ਮੈਂਬਰ ਮੈਨੂੰ ਤੇ ਅਸੈਪਟ ਕਰਦਾ ਹੀ ਨਹੀਂ ਹੈ। ਅੱਛਾ, ਕੀ ਕਹਿੰਦੇ ਹੁੰਦੇ ਸੀ ਤੁਹਾਨੂੰ ਦੇਖੋ? ਮੈਂ ਉਹ ਵਰਡ ਹੀ ਇਦਾਂ ਦਾ ਮੈਂ ਉਹਨੂੰ ਯੂਜ਼ ਕਰੂੰਗਾ ਸ਼ਾਇਦ ਵੀ ਮੈਨੂੰ ਮਤਲਬ ਕਿ ਇਸ ਦਾ ਕਹਿੰਦੇ ਹੁੰਦੇ ਸੀ ਕਿ ਲੰਗੜਾ ਗਿਆ ਕਿ ਲੰਗੜਾ ਸਾਡੀ ਲਾਈਫ ਦੇ ਵਿੱਚ ਕੀ ਹੈ, ਸਾਡੀ ਕੁੜੀ ਨੂੰ ਕੀ ਖੁਸ਼ ਕਰ ਲੂਗਾ, ਮਤਲਬ ਇਦਾਂ ਦੀ ਵਰਡ ਮਤਲਬ ਇਹਦੀ ਫੈਮਿਲੀ ਵੀ ਯੂਜ਼ ਕਰੀ। ਬਹੁਤ ਸਾਰੇ ਲੋਕ ਆ ਜਿਹੜੇ ਮੈਨੂੰ ਮੇਰੀ ਲਾਈਫ ਦੇ ਵਿੱਚ ਮੈਨੂੰ ਮੇਰੇ ਆਪਣੇ ਵੀ ਯੂਜ਼ ਕਰਦੇ ਕਿ ਲੰਗੜਾ ਹੁਣ ਇਹਨੇ ਕੀ ਕਰ ਲੈਣਾ ਜ਼ਿੰਦਗੀ ਦੇ ਵਿੱਚ। ਤੇ ਸੈਕਿੰਡ ਪੈਸਾ ਜਿਹੜਾ ਆ ਸਭ ਤੋਂ ਵੱਡੀ ਗੱਲ ਕਿ ਬਹੁਤ ਵੱਡਾ ਮੈਟਰ ਕਰਦਾ ਸੀ ਉਹਨਾਂ ਲਈ ਕਿ ਇਹ ਸਾਡੀ ਕੁੜੀ ਨੂੰ ਜੋ ਅਸੀਂ ਖੁਸ਼ੀਆਂ ਦਿੰਦੇ ਆ ਸ਼ਾਇਦ ਨਾ ਦੇ ਪਾਵੇ, ਇਹ ਸਭ ਤੋਂ ਵੱਡਾ ਮੈਟਰ ਕਿਉਂਕਿ ਇਹਦੀ ਫੈਮਿਲੀ ਅਮਰੀਕਾ ਦੇ ਵਿੱਚ ਆ, ਮੈਂ ਇੰਡੀਆ ਦੇ ਵਿੱਚ ਆ। ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਖੇਤੀਬਾੜੀ ਪਰਿਵਾਰ ਦੇ ਨਾਲ ਆ, ਇਹਦੀ ਫੈਮਿਲੀ ਡਾਲਰਾਂ ਦੇ ਨਾਲ ਆ ਤੇ ਮੇਰੇ ਰੁਪਈਆਂ ਦੇ ਨਾਲ ਵੀ ਨਹੀਂ ਇਸ ਟਾਈਮ ਤੇ ਹੈਗੀ ਸੀ। ਤੁਸੀਂ ਵੀ ਚੀਜ਼ ਦੱਸ ਰਹੇ ਸੀ ਕਿ ਇਹਨਾਂ ਦੇ ਫਾਦਰ ਸਾਹਿਬ ਕਹਿੰਦੇ ਸੀ ਤੂੰ ਪੈਸੇ ਦੱਸ ਕਿੰਨੇ ਲੈਣੇ? ਹਾਂਜੀ, ਇਹ ਸਭ ਤੋਂ ਵੱਡਾ ਇਸ਼ੂ ਆਇਆ ਸੀ ਜਦੋਂ ਮੈਂ ਮੈਰਿਜ ਕੀਤੀ, ਮਤਲਬ ਮੈਰਿਜ ਸਾਡੀ ਹੋ ਗਈ ਤੇ ਇਹਦੇ ਫਾਦਰ ਸਾਹਿਬ ਦਾ ਮੈਨੂੰ ਫੋਨ ਆਇਆ ਪਹਿਲਾਂ, ਤੇ ਉਹਨਾਂ ਨੇ ਮੈਨੂੰ, ਚਲੋ ਉਹਨਾਂ ਦੇ ਦਿਮਾਗ 'ਚ ਗੁੱਸਾ ਹੀ ਮੇਰੇ ਪ੍ਰਤੀ ਜੋ ਵੀ ਉਹਨਾਂ ਨੇ ਕੱਢਿਆ, ਤੇ ਉਹਨਾਂ ਨੇ ਮੈਨੂੰ ਅੱਗੋਂ ਇੱਕ ਕੁਐਸਚਨ ਇਦਾਂ ਦਾ ਮਤਲਬ ਕਿ ਸਵਾਲ ਕੀਤਾ ਕਿ ਤੂੰ ਪੈਸੇ ਦੱਸ ਕਿੰਨੇ ਲੈਣੇ ਆ ਸਾਡੀ ਕੁੜੀ ਨੂੰ ਛੱਡਣ ਵਾਸਤੇ। ਬਟ ਉਸ ਟਾਈਮ ਤੇ ਮੈਂ ਤੇ ਉਹਨਾਂ ਨੂੰ ਇੱਕੋ ਆਨਸਰ ਦਿੱਤਾ ਕਿ ਮੇਰੇ ਲਈ ਤਾਂ ਇਹਦਾ ਕੋਈ ਮੁੱਲ ਨਹੀਂ ਹੈਗਾ, ਜੇ ਤੁਹਾਡੇ ਲਈ ਕੋਈ ਤੁਹਾਡੀ ਕੁੜੀ ਦਾ ਮੁੱਲ ਹੈਗਾ ਤੇ ਤੁਸੀਂ ਫਿਰ ਵੇਖ ਲਓ ਕੀ ਆ। ਤੇ ਸ਼ਾਇਦ ਉਹ ਇਸ ਗੱਲ ਨੂੰ ਸੁਣ ਕੇ ਪਤਾ ਨਹੀਂ ਉਹਨਾਂ ਨੇ ਕੀ ਮਹਿਸੂਸ ਕੀਤਾ, ਬਟ ਮੈਂ ਜੋ ਉਹਨਾਂ ਨੂੰ ਆਨਸਰ ਦਿੱਤਾ ਮੈਂ ਅੱਜ ਕੈਮਰੇ ਦੇ ਮੂਹਰੇ ਉਹਨਾਂ ਨੂੰ ਬੋਲਦਾ, ਸ਼ਾਇਦ ਪਹੁੰਚੇ ਉਹਨਾਂ ਤੱਕ ਕਿ ਮੇਰੇ ਲਈ ਇਹਦੇ ਲਈ ਆਉਣ ਕਦੀ ਵੀ ਇਹਦਾ ਕੋਈ ਮੁੱਲ ਨਹੀਂ ਹੈਗਾ, ਕਿ ਕਿਉਂਕਿ ਜਿੰਨੇ ਮੇਰਾ ਹੱਥ ਫੜ ਲਿਆ ਇਸ ਜਿਹੀ ਸਿਚੁਏਸ਼ਨ ਦੇ ਵਿੱਚ ਆਣ ਕੇ, ਉਹੀ ਮੇਰੇ ਲਈ ਸਭ ਤੋਂ ਵੱਡਾ ਕੀਮਤੀ ਤੋਹਫਾ ਆ, ਮੇਰੇ ਲਈ ਸਭ ਤੋਂ ਵੱਡੀ ਮੇਰੀ ਕਮਾਈ ਆ ਜ਼ਿੰਦਗੀ ਦੀ। ਜੀ ਮੈਮ, ਤੁਹਾਨੂੰ ਵੀਰੇ ਦੇ ਵਿੱਚ ਬੈਸਟ ਗੱਲ ਕੀ ਲੱਗਦੀ ਜਿਹੜਾ ਤੁਸੀਂ ਉਹਨਾਂ ਦਾ ਹੱਥ ਫੜਿਆ ਤੇ ਆਪਣਾ ਲਾਈਫ ਪਾਰਟਨਰ ਇਹਨਾਂ ਨੂੰ ਚੂਜ਼ ਕੀਤਾ ਤੁਸੀਂ? ਵੈਸੇ ਵਧੀਆ ਨੇਚਰ ਆ, ਮਤਲਬ ਕਦੇ ਇਹਨਾਂ ਨੇ ਮੈਨੂੰ ਕੁਝ ਕਿਹਾ ਨਹੀਂ ਤੇ ਕਦੇ ਰੋਕਦੇ ਨਹੀਂ ਆ ਵੀ ਤੂੰ ਇੱਥੇ ਨਹੀਂ ਜਾਣਾ, ਇਦਾਂ ਨਹੀਂ ਕਰਨਾ। ਵਧੀਆ ਜਿਵੇਂ ਤੁਸੀਂ ਜੌਬ ਕਰਦੇ ਹੋ ਨਾ, ਹਾਂਜੀ। ਤੇ ਤੁਹਾਡੇ ਕੋਲੀਗਸ ਨਹੀਂ ਕਹਿੰਦੇ ਵੀ ਲੈ ਤੂੰ ਇਹੀ ਮੁੰਡੇ ਨਾਲ ਕਾਹਤੋਂ ਵਿਆਹ ਕਰਾਇਆ, ਤੈਨੂੰ ਤੇ ਹੋਰ ਮੁੰਡੇ ਮਿਲ ਜਾਣੇ ਸੀ? ਨਹੀਂ, ਉਹ ਇਦਾਂ ਕਹਿੰਦੇ ਨਹੀਂ ਆ। ਅੱਛਾ, ਕਹਿੰਦੇ ਨਹੀਂ ਹੋ? ਨਹੀਂ, ਹੈਰਾਨ ਤਾਂ ਨਹੀਂ ਹੁੰਦੇ ਜਦੋਂ ਤੁਸੀਂ ਹੈਰਾਨ। ਦਿਖਾਉਂਦੇ ਹੋ ਕਿ ਮੇਰਾ ਹਸਬੰਡ ਆਇਆ ਵਾ ਕਿ ਵੀਲ ਚੇਅਰ ਤੇ ਆ? ਹਾਂਜੀ, ਹੈਰਾਨ ਹੁੰਦੇ ਆ ਸਾਰੇ। ਕੀ ਕਹਿੰਦੇ ਹੁੰਦੇ ਉਸ ਵੇਲੇ? ਦੇਖਦੇ ਉਦਾਂ ਕਹਿੰਦੇ ਆ ਵਧੀਆ ਲੱਗ ਰਿਹਾ ਤੁਹਾਨੂੰ ਦੇਖ ਕੇ ਇਦਾਂ। ਹਾਂਜੀ, ਓਕੇ, ਠੀਕ ਹੈ। ਤੇ ਵੀਰੇ ਤੁਹਾਡੇ ਆਂਢ ਗੁਆਂਢ ਕੀ ਕਹਿੰਦੇ ਸੀ ਜਦੋਂ ਵਿਆਹ ਹੋਇਆ ਸੀ, ਜਾਂ ਜਦੋਂ ਤੁਹਾਡਾ ਵਿਆਹ ਨਹੀਂ ਹੋਇਆ ਸੀਗਾ, ਉਹਨਾਂ ਨੂੰ ਲੱਗਦਾ ਹੁੰਦਾ ਸੀਗਾ ਕਿ ਵੀ ਵਿਆਹ ਹੋ ਜਾਏਗਾ ਜਾਂ? ਮੈਮ, ਵਿਆਹ ਹੋਣ ਦੀ ਤੇ ਦੂਰ ਦੀ ਗੱਲ, ਉਹਨਾਂ ਨੂੰ ਉਮੀਦ ਹੀ ਨਹੀਂ ਸੀ ਕਿ ਬੰਦਾ ਇਹ ਦੁਨੀਆ ਤੇ ਰਹੂਗਾ, ਕਿ ਜਾਂ ਇਹ ਬੰਦਾ ਦੁਨੀਆ ਤੇ ਵਾਪਸ ਆਪਣੀ ਜ਼ਿੰਦਗੀ ਨੂੰ ਜੀ ਪਾਊਗਾ। ਕਿਉਂਕਿ ਮੈਂ ਤੁਹਾਨੂੰ ਦੱਸਿਆ 2.5 ਸਾਲ ਬੈੱਡ ਤੇ ਉਲਟਾ ਰਿਹਾ ਆ, ਮਤਲਬ ਬਿਲਕੁਲ ਉਲਟਾ ਆ, ਸਿੱਧਾ ਹੋ ਕੇ ਨਹੀਂ ਵੇਖਿਆ ਹੈਗਾ। ਮੈਂ ਬੈੱਡ ਦੇ ਉੱਪਰ ਹੀ ਸਾਰਾ ਕੁਝ, ਮੇਰੇ ਫਾਦਰ ਮਦਰ ਨੇ, ਮੇਰੇ ਬ੍ਰਦਰ ਨੇ ਮੈਨੂੰ ਸਾਂਭਿਆ, ਚਾਚਾ ਜੀ ਦੇ ਬੇਟਿਆਂ ਨੇ ਮੈਨੂੰ ਸਾਂਭਿਆ ਉਹਨਾਂ ਨੇ। ਤੇ ਮੈਰਿਜ ਦੀ ਜਦੋਂ ਮੇਰੀ ਗੁਰਪ੍ਰੀਤ ਦੇ ਨਾਲ ਗੱਲ ਹੋਈ, ਉਦੋਂ ਵੀ ਮੈਂ ਬੈੱਡ ਤੇ ਹੀ, ਮੇਰਾ ਆਪਰੇਟ ਹੋਇਆ ਸੀ, ਮੇਰੇ ਪੱਟ ਦਾ ਆਪਰੇਟ ਹੋਇਆ ਸੀ, ਮੇਰੀ ਬੋਨ ਜਿਹੜੀ ਉਹਨਾਂ ਨੇ ਕੱਢੀ ਹੋਈ ਸੀ। ਜਦੋਂ ਮੈਂ ਗੁਰਪ੍ਰੀਤ ਨਾਲ ਗੱਲ ਕਰਨੀ ਸਟਾਰਟ ਕੀਤੀ
ਤੇ ਅਨਐਕਸਪੈਕਟੇਬਲ ਜਿਹੜੀ ਚੀਜ਼ ਸੀ ਸਾਡੇ ਪਿੰਡ ਦੇ ਵਿੱਚ ਹੋਈ ਕਿ ਜਿਹੜੇ ਬੰਦੇ ਨੂੰ ਲੋਕੀ ਮਰਿਆ ਭਾਲਦੇ, ਜਦੋਂ ਵਿਆਹ ਹੋਇਆ ਲੋਕਾਂ ਦੇ ਜਿੱਦਾਂ ਕਹਿੰਦੇ ਪੈਰਾਂ ਥੱਲੋਂ ਜ਼ਮੀਨ ਖਿਸਕੀ ਕਿ ਬਈ ਇਹ ਬੰਦੇ ਨੇ ਕੀ ਕਰ ਦਿੱਤਾ। ਕੁਝ ਰਿਸ਼ਤੇਦਾਰਾਂ ਨੂੰ ਵੀ ਬਲੀਵ ਨਹੀਂ, ਉਹਨਾਂ ਨੇ ਘਰੇ ਆ ਕੇ ਚੈੱਕ ਤੱਕ ਕੀਤਾ ਕਿ ਹਾਂ ਵੀ ਸੱਚੀ ਕਿਤੇ ਮਜ਼ਾਕ ਤਾਂ ਨਹੀਂ ਕਰ ਰਹੇ, ਪ੍ਰੈਂਕ ਤਾਂ ਨਹੀਂ ਕਰਦੇ ਪਏ। ਅੱਛਾ, ਘਰ ਮਤਲਬ ਘਰੇ ਰਿਸ਼ਤੇਦਾਰ ਆਏ ਕੁਛ ਇੱਕ ਦੋ ਰਿਸ਼ਤੇਦਾਰ ਹੈਗੇ ਜਿਨ੍ਹਾਂ ਨੇ ਸਿਰਫ ਵੈਰੀਫਾਈ ਕੀਤਾ ਆਗੇ ਕਿ ਹਾਂ ਵੀ ਸੱਚੀ ਇਸ ਬੰਦੇ ਦਾ ਵਿਆਹ ਹੋਇਆ ਹੈ ਕਿ ਕਿਤੇ ਮਜ਼ਾਕ ਤਾਂ ਨਹੀਂ ਕਰਦਾ। ਤੇ ਇਹੋ ਜਿਹੀਆਂ ਗੱਲਾਂ ਵੀ ਮੇਰੇ ਨਾਲ ਹੋਈਆਂ ਆ। ਤੇ ਮੈਮ ਜਦੋਂ ਰਿਸ਼ਤੇਦਾਰ ਆਉਂਦੇ ਸੀਗੇ ਤੁਹਾਡੇ ਸਹੁਰਾ ਪਰਿਵਾਰ ਜਾਂ ਕੋਈ ਹੋਰ ਮੈਂਬਰ ਵੀ ਬਲੀਵ ਨਹੀਂ ਕਰਦੇ ਸੀਗੇ ਵੀ ਹਾਂ ਇੰਨੀ ਸੋਹਣੀ ਕੁੜੀ ਲੈ ਆਇਆ ਮੁੰਡਾ, ਹਨਾ ਤਾਂ ਫਿਰ ਤੁਹਾਨੂੰ ਕਿਹੋ ਜਿਹਾ ਹੁੰਦਾ ਸੀ? ਲੋਕ ਤੁਹਾਨੂੰ ਆ ਕੇ ਦੇਖਦੇ ਹੁੰਦੇ ਸੀ ਵੀ ਲੈ ਵੇ ਕੁੜੀ ਲੈ ਆਇਆ, ਉਹ ਵੀ ਇੰਨੀ ਸੋਹਣੀ। ਮੈਮ ਇਹ ਸਭ ਤੋਂ ਵੱਡਾ ਮਤਲਬ ਕਿ ਇਹ ਲੋਕਾਂ ਲਈ ਹੈਰਾਨੀ ਵਾਲੀ ਗੱਲ ਸੀ ਕਿ ਇੱਕ ਵੀਲ ਚੇਅਰ ਤੇ ਰਿਹਾ ਬੰਦਾ, ਮਤਲਬ ਕਿ ਜਿਹੜਾ ਪਹਿਲਾਂ ਟੋਟਲੀ ਬੈੱਡ ਤੇ ਸੀ, ਉੱਠਿਆ ਬੈੱਡ ਤੋਂ ਤੇ ਬੈੱਡ ਤੋਂ ਉੱਠਦਿਆਂ ਸਾਰੀ ਇਹਨੇ ਵਿਆਹ ਕਰ ਲਿਆ। ਔਰ ਸਭ ਤੋਂ ਮੇਨ ਉਹਨਾਂ ਦੀ ਜਿਹੜੀ ਬਲੀਵ ਨਾ ਕਰਨ ਵਾਲੀ ਚੀਜ਼ ਸੀ ਕਿ ਕੁੜੀ ਬਿਲਕੁਲ ਨਾਰਮਲ ਆ ਤੇ ਮੁੰਡਾ ਵੀਲ ਚੇਅਰ ਤੇ। ਕੁੜੀ ਨੇ ਕੀ ਸੋਚ ਕੇ ਐਕਸੈਪਟ ਕਰ ਲਿਆ? ਤੁਹਾਨੂੰ ਇਹ ਗੱਲ ਤਾਂ ਨਹੀਂ ਸੁਣਨ ਨੂੰ ਮਿਲੀ ਵੀ ਤੇਰੇ 'ਚ ਵੀ ਲੱਗਦਾ ਕੋਈ ਕਮੀ ਹੋਣੀ ਜਿਹੜਾ ਤੂੰ ਇਹੀ ਮੁੰਡੇ ਨੂੰ ਚੂਜ਼ ਕੀਤਾ? ਨਹੀਂ, ਇਦਾਂ ਤਾਂ ਨਹੀਂ ਕਿਹਾ ਕਿਸੇ ਨੇ। ਵੈਸੇ ਹੈਰਾਨ ਹੁੰਦੇ ਸੀਗੇ, ਮਤਲਬ ਸਾਨੂੰ ਦੇਖ ਕੇ ਕੋਈ ਮਤਲਬ ਜਰਦਾ ਨਹੀਂ ਸੀਗਾ, ਸਾਰੇ ਜ਼ਿਆਦਾ ਰਿਸ਼ਤੇਦਾਰ ਇਹਨਾਂ ਦੇ। ਤੇ ਵਿਆਹ ਨੂੰ 1.5 ਸਾਲ ਹੋ ਗਿਆ ਨਾ ਤੁਹਾਡੇ, ਤੇ ਲਾਈਫ ਕਿੱਦਾਂ ਦੀ ਚੱਲ ਰਹੀ ਹੈ? ਲਾਈਫ ਵਧੀਆ ਚੱਲਦੀ ਹੈ ਹਾਲੇ ਤੱਕ। ਵੀਰੇ ਜਿਵੇਂ ਤੁਸੀਂ ਦੱਸਿਆ ਕਿ 2.5 ਸਾਲ ਤੁਸੀਂ ਬੈੱਡ ਤੇ ਰਹੇ ਹੋ ਨਾ, ਹਾਂਜੀ। ਇੱਕ 2.5 ਸਾਲ ਦਾ ਜਿਹੜਾ ਸਮਾਂ ਹੁੰਦਾ ਬਹੁਤ ਲੰਬਾ ਹੁੰਦਾ। 2 ਤੋਂ 4 ਦਿਨ ਜੇਕਰ ਬੰਦਾ ਬਿਮਾਰ ਹੋਵੇ ਜਿਵੇਂ ਤਾਂ ਅੱਕ ਜਾਂਦਾ ਬੈੱਡ ਤੇ ਲੰਮਿਆ ਪਿਆ। ਹਾਂਜੀ, ਤੁਸੀਂ 2.5 ਸਾਲ ਦਾ ਮਤਲਬ ਪੂਰਾ ਇੱਕ ਟਾਈਮ ਪੀਰੀਅਡ ਕੱਢਿਆ, ਤੇ ਉਸ ਦੌਰਾਨ ਕੀ ਮਾਈਂਡ ਦੇ ਵਿੱਚ ਚੱਲ ਰਿਹਾ ਸੀ? ਕਿਹੋ ਜਿਹੀਆਂ ਸਿਚੁਏਸ਼ਨ ਸੀ ਤੁਹਾਡੀਆਂ, ਤੁਹਾਡੀ ਫੈਮਿਲੀ ਦੀ? ਮੈਮ ਸਿਚੁਏਸ਼ਨ ਮਤਲਬ ਕਿ ਮੇਰੀ ਫੈਮਿਲੀ ਦੇ ਵਿੱਚ ਮੇਰੇ ਫਾਦਰ ਆ, ਮੇਰੀ ਫਾਦਰ ਦੀ ਉਮਰ 60 ਸਾਲ ਦੇ ਲੱਗ ਗਿਆ, ਮੰਮੀ ਦੀ 55 ਸਾਲ ਦੇ ਲੱਗ ਗਿਆ, 3 ਸਿਸਟਰਸ ਆ, ਤਿੰਨੋਂ ਮੈਰਿਡ ਆ। ਇੱਕ ਟਾਈਮ ਤੇ ਮੇਰੇ ਦਿਮਾਗ 'ਚ ਸੁਸਾਈਡਲ ਥੋਟ ਵੀ ਆਏ ਸੀ ਕਿ ਯਾਰ ਇਹੋ ਜਿਹੀ ਜ਼ਿੰਦਗੀ ਨਾਲੋਂ ਮੇਰੇ ਮਾਂ ਪਿਓ ਮੈਨੂੰ ਕਿਹੋ ਜਿਹੀ ਜ਼ਿੰਦਗੀ 'ਚੋਂ, ਨਰਕ ਭਰੀ ਜ਼ਿੰਦਗੀ 'ਚੋਂ ਵੀ ਆ, ਮੈਂ ਵੀ ਆ, ਤੇ ਖਤਮ ਕਰ ਲਾਂ। ਬਟ ਇੱਕ ਟਾਈਮ ਟਰਨਿੰਗ ਪੁਆਇੰਟ ਮੇਰਾ ਨਾ ਆਪਰੇਟ ਦੇ ਦੌਰਾਨ ਮੇਰੀ ਮਤਲਬ ਕਿ ਮੇਰੇ ਪੱਥਰੀ ਦਾ ਆਪਰੇਟ ਹੁੰਦਾ ਪਿਆ ਸੀ। ਜਦੋਂ ਮੈਨੂੰ ਡਾਕਟਰ ਵਿਕਾਸ ਰਾਮਪਾਲ ਅੰਮ੍ਰਿਤਸਰ ਤੋਂ, ਉਹਨਾਂ ਨੇ ਮੈਨੂੰ ਮਤਲਬ ਗਰਜੋਸ ਸਪਾਈਨਲ ਰੀਹੈਬ ਦੀ ਬਾਰੇ ਦੱਸਿਆ। ਜਦੋਂ ਮੈਂ ਇੱਥੇ ਆਇਆ ਮੈਨੂੰ ਸਰ ਨੇ, ਜਦੋਂ ਮੇਰੀ ਕਾਉਂਸਲਿੰਗ ਕੀਤੀ ਸਰ ਨੇ ਮੈਨੂੰ ਮੈਨੂੰ ਪੂਰੀ ਜ਼ਿੰਦਗੀ ਦਾ ਦੱਸਿਆ, ਕਿਉਂਕਿ ਉਹ ਖੁਦ ਆਪ ਵੀਲ ਚੇਅਰ ਤੇ ਆ ਡਾਕਟਰ। ਉਹਨਾਂ ਨੇ ਜਦੋਂ ਮੈਨੂੰ ਸਾਰਾ ਜ਼ਿੰਦਗੀ ਦਾ ਮਾਇਨਾ ਸਮਝਾਇਆ ਕਿ ਹਾਂ ਵੀ ਆਪਾਂ ਇੱਥੇ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹਾਂ, ਫਿਰ ਜ਼ਿੰਦਗੀ ਦਾ ਪਤਾ ਲੱਗਾ। ਫਿਰ ਜ਼ਿੰਦਗੀ ਨੂੰ ਆਪਾਂ ਉਸ ਚੀਜ਼ ਤੋਂ ਕੱਢ ਕੇ ਉਹ ਹਨੇਰੇ ਦੇ ਵਿੱਚੋਂ ਕਿ ਇਸ ਜ਼ਿੰਦਗੀ ਨੂੰ ਛੱਡਣਾ ਹੈ ਹੁਣ ਬੈੱਡ ਨੂੰ। ਫਿਰ ਵੀ ਮੈਨੂੰ ਛੱਡਦਿਆਂ 2.5 ਸਾਲ ਲੱਗ ਗਏ ਬੈੱਡ ਨੂੰ, ਕਿਉਂਕਿ ਮੇਰੇ ਬੈੱਡ ਸੋਰ ਕਾਫੀ, ਮੇਰੇ 9 ਬੈੱਡ ਸੋਰ ਹੋ ਗਏ ਸੀ। ਮੇਰੇ ਸਿਰ ਦੀਆਂ 2 ਸਰਜਰੀਆਂ ਹੋਈਆਂ। ਉਸ ਤੋਂ ਬਾਅਦ ਮੈਂ ਬੈੱਡ ਤੇ ਰਹਿ ਕੇ ਹੀ ਆਪਣੀ ਪੜ੍ਹਾਈ ਸਟਾਰਟ ਕੀਤੀ ਆ, ਬੈੱਡ ਤੇ ਰਹਿ ਕੇ ਹੀ ਗੁਰਪ੍ਰੀਤ ਨਾਲ ਗੱਲ ਕਰਨੀ ਸਟਾਰਟ ਕੀਤੀ ਆ। ਔਰ ਆਫਟਰ ਜਦੋਂ ਬੈੱਡ ਤੋਂ ਉੱਠਿਆ ਫਿਰ ਇਹਦੇ ਨਾਲ ਮੈਰਿਜ ਹੋਈ ਆ। ਤੇ ਉਹ ਬਹੁਤ ਡਾਰਕ ਫੇਸ ਸੀ ਕਿ ਜ਼ਿੰਦਗੀ ਦਾ ਜਿਹਨੂੰ ਕਹਿੰਦੇ ਹਨੇਰੇ ਵਾਲਾ ਫੇਸ ਚੱਲਦਾ ਸੀ। ਜਦੋਂ ਮੈਂ ਬੈੱਡ ਦੇ ਉੱਤੇ ਬਹੁਤ ਥਾਟਸ ਆਉਂਦੇ ਸੀ ਦਿਮਾਗ ਦੇ ਵਿੱਚ, ਬਟ ਥੈਂਕ ਯੂ ਗੁਰਵਿੰਦਰ ਸਰ ਦਾ ਜਿਨ੍ਹਾਂ ਨੇ ਕੱਢਿਆ ਆ। ਉਸ ਤੋਂ ਬਾਅਦ ਇਹ ਹੈਗੀ ਕੱਢਣ ਵਾਸਤੇ ਸਰ ਦੀ ਸਪੋਰਟ ਅੱਜ ਤੱਕ ਆ ਨਾਲ। ਤੇ ਜਦੋਂ ਵਿਆਹ ਵਾਲਾ ਦਿਨ ਆਇਆ, ਵਿਸ਼ਵਾਸ ਹੋ ਰਿਹਾ ਸੀ ਕਿ ਅੱਜ ਸਾਡਾ ਵਿਆਹ ਵਾ, ਜਾਂ ਹਾਲੇ ਵੀ ਇਸੇ ਕਿੰਨੇ ਅਨਬਲੀਵੇਬਲੀ ਮੈਮ ਵਿਸ਼ਵਾਸ ਤੇ ਨਹੀਂ ਕਿ ਮਤਲਬ ਆਪਣੇ ਆਪ ਨੂੰ 2-3 ਵਾਰ ਤੇ ਮੈਂ ਪਿੰਚ ਕਰਕੇ ਵੇਖ ਲਿਆ ਕਿ ਸੁਪਨੇ ਦੇ ਵਿੱਚ ਇਤਨੀ ਸਭ ਕੁਝ ਹੋਈ ਜਾਂਦਾ। ਇਸ ਰਿਐਲਿਟੀ ਆ, ਲੋਕੀ ਸ਼ਾਇਦ ਇਹਨੂੰ ਚੀਜ਼ ਮਜ਼ਾਕ ਸਮਝਦੇ, ਮੈਂ ਸੱਚੀ ਗੱਲ ਆ, ਮੈਂ 2 ਵਾਰੀ ਪਿੰਚ ਕਰਕੇ ਵੇਖਿਆ ਆਪਣੇ ਆਪ ਨੂੰ, ਕਿਤੇ ਮਜ਼ਾਕ ਤਾਂ ਨਹੀਂ, ਮੇਰਾ ਸੁਪਨਾ ਤਾਂ ਨਹੀਂ ਚੱਲਦਾ ਪਿਆ। ਜਦੋਂ ਮਤਲਬ ਵਿਆਹ ਹੁੰਦਾ ਤੇ ਸਭ ਦਾ ਧਿਆਨ ਇੱਥੇ ਬ੍ਰਾਈਡਲ ਤੇ ਹੁੰਦਾ ਤੇ ਦੁਲਹੇ ਤੇ ਹੁੰਦਾ ਵੀ ਹਾਂ ਵੀ ਇਹਨਾਂ ਨੇ ਕੀ ਪਾਇਆ, ਕਿਹੋ ਜਿਹੇ ਲੱਗਦੇ ਪਏ ਨਾ। ਤੇ ਜਦੋਂ ਵੀਰੇ ਨੂੰ ਦੇਖਿਆ ਸੀ ਫਿਰ ਤੁਹਾਡੇ ਰਿਸ਼ਤੇਦਾਰ ਕੀ ਕਹਿੰਦੇ ਸੀਗੇ? ਮੇਰੇ ਰਿਸ਼ਤੇਦਾਰ ਨਾ ਤੇ ਕੁਝ ਨਹੀਂ ਕਿਹਾ, ਵੈਸੇ ਹੀ ਬੋਲਦੇ ਸੀ ਵੀ ਤੈਨੂੰ ਇਹੀ ਮਿਲਿਆ, ਵੀ ਤੂੰ ਐਦਾਂ ਇੰਨਾ। ਸਾਰੇ ਹਾਂਜੀ, ਸਾਰੇ ਗੁੱਸੇ ਸੀਗੇ ਵੀ ਤੈਨੂੰ ਇਹੀ ਮਿਲਿਆ, ਤੂੰ ਇੰਨਾ ਹੀ ਵਿਆਹ ਕਰਾਉਣਾ ਸੀਗਾ, ਹੋਰ ਇੰਨੇ ਮੁੰਡੇ ਆ ਦੁਨੀਆ ਤੇ, ਵੀ ਤੂੰ ਇੰਨਾ ਹੀ ਕਿਉਂ ਗਈ ਆ, ਵੀ ਤੂੰ ਵਾਪਸ ਆ ਜਾ। ਉਹਨਾਂ ਨੇ ਇਹ ਤੱਕ ਵੀ ਕਿਹਾ ਤੂੰ ਵਾਪਸ ਆ ਜਾ। ਉਹਨਾਂ ਨੇ ਕਿਹਾ ਵੀ ਤੁਸੀਂ ਦੋਨੇ ਆ ਜਾਓ, ਅਸੀਂ ਤੇਰਾ ਵਿਆਹ ਕਰ ਦਿੰਦੇ ਆ, ਦੁਬਾਰਾ ਕਰ ਦਾਂਗੇ, ਪਰ ਤੂੰ ਘਰੇ ਆ ਜਾ, ਤੂੰ ਚੂੜਾ ਨਾ ਪਾ ਕੇ ਆਈ, ਤੂੰ ਚੂੜਾ ਉਤਾਰ ਕੇ ਆਈ। ਬਟ ਸਾਨੂੰ ਫਿਰ ਉੱਥੇ ਸ਼ੱਕ ਹੋ ਰਿਹਾ ਸੀ ਜੇ ਇੱਦਾਂ ਕਹਿ ਰਹੇ ਆ ਚੂੜਾ ਉਤਾਰ ਕੇ ਆਈ, ਤਾਂ ਇਹਨਾਂ ਨੇ ਫਿਰ ਸਾਨੂੰ ਵਾਪਸ ਨਹੀਂ ਜਾਣ ਦੇਣਾ। ਅੱਛਾ, ਠੀਕ। ਹਾਂਜੀ। ਤੇ ਹੁਣ ਕੋਈ ਇੱਦਾਂ ਤਾਂ ਨਹੀਂ ਲੱਗ ਰਿਹਾ ਵੀ ਕਿਸੇ ਪ੍ਰਕਾਰ ਦਾ ਵੀ ਮੇਰੇ ਕੋਈ ਗਲਤ ਸਟੈਪ ਚੁੱਕ ਲਿਆ ਸੀਗਾ, ਪਛਤਾਵਾ ਹੋ ਰਿਹਾ ਹੋਵੇ? ਨਹੀਂ ਹੋਇਆ ਵੀਰੇ ਤੁਹਾਨੂੰ? ਮੈਮ ਨਹੀਂ, ਮੈਨੂੰ ਤਾਂ ਕੁਝ ਨਹੀਂ ਇੱਦਾਂ ਦਾ, ਕਿਉਂਕਿ ਆਫਟਰ ਮੈਰਿਜ ਮੈਨੂੰ ਮਤਲਬ ਕਿ ਜਿਹੜਾ ਇੱਕ ਸੈਕਿੰਡ ਫੇਸ ਲਾਈਫ ਦਾ ਸਟਾਰਟ ਹੁੰਦਾ ਆ, ਉਹਦੇ ਵਿੱਚ ਬਹੁਤ ਕੁਝ ਵੇਖਣ ਨੂੰ ਮਿਲਿਆ ਆ, ਕਿ ਦੁਨੀਆਦਾਰੀ ਵੇਖਣ ਨੂੰ ਮਿਲੀ ਆ। ਤੇ ਚਲੋ ਇੱਕ ਬੈਟਰ ਲਾਈਫ ਪਾਰਟਨਰ ਤੇ ਵੀ ਮੈਨੂੰ ਸਾਥ ਮਿਲਿਆ ਹੈ ਜੀ। ਮੈਨੂੰ ਕੋਈ ਇਦਾਂ ਦਾ ਮਹਿਸੂਸ ਨਹੀਂ ਹੋਇਆ ਮੈਨੂੰ ਕਦੇ। ਠੀਕ ਹੈ। ਤੇ ਵੀਰੇ ਤੁਹਾਨੂੰ ਮਤਲਬ ਸਪਾਈਨਲ ਕੋਰਡ ਇੰਜਰੀ ਹੋਈ ਨਾ? ਹਾਂਜੀ। ਤੇ ਬਾਡੀ ਦਾ ਕਿੰਨਾ ਹਿੱਸਾ ਤੁਹਾਡਾ ਕੰਮ ਨਹੀਂ ਕਰਦਾ? ਮੇਰਾ ਲੰਗਸ ਤੋਂ ਨੀਚੇ, ਫੇਫੜਿਆਂ ਤੋਂ ਥੱਲੇ ਮੇਰੀ ਬੋਡੀ ਜਿਹੜੀ ਆ ਪੈਰਾਲਾਈਜ਼ ਆ, ਮੈਨੂੰ ਸੈਂਸੇਸ਼ਨ ਨਹੀਂ ਹੈਗੀ। ਓਕੇ,
ਠੀਕ ਹਾਂਜੀ। ਹੈ। ਤੇ ਮੈਮ ਤੁਹਾਨੂੰ ਤਾਂ ਨਹੀਂ ਇਹਨਾਂ ਦੀ ਇਸ ਪ੍ਰੋਬਲਮ ਤੋਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਮੈਮ, ਪਿਆ? ਨਹੀਂ। ਖੁਸ਼ ਹੋ ਜ਼ਿੰਦਗੀ ਤੋਂ? ਹਾਂਜੀ। ਠੀਕ ਹੈ। ਤੇ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਧੋਖਾ ਦੇ ਕੇ ਜਾਂਦੇ ਨੇ, ਗਲਤ ਕਰ ਜਾਂਦੇ ਨੇ, ਉਹਨਾਂ ਲਈ ਕੋਈ ਪਿਆਰਾ ਜਿਹਾ ਸੰਦੇਸ਼? ਮੈਮ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ, ਅੱਜ ਕੱਲ ਧੋਖਾ ਜਿਹੜੀ ਮਤਲਬ ਕਿ ਜ਼ਿੰਦਗੀ ਚ ਆਉਂਦੀ ਆ, ਧੋਖਾ ਦੇਣਾ ਸਭ ਤੋਂ ਵੱਡਾ ਮੈਟਰ ਬਣਦਾ ਆ ਫਿਊਚਰ, ਕਿ ਆਪਾਂ ਜਿਸ ਬੰਦੇ ਨਾਲ ਜਾ ਰਹੇ ਆ, ਸਭ ਤੋਂ ਪਹਿਲਾਂ ਦੁਨੀਆ ਵੇਂਦੀ ਆ ਫਿਊਚਰ। ਜੇ ਅੱਜ ਇਹਦੇ ਕੋਲ ਪੈਸਾ ਹੈਗਾ ਆ ਤੇ ਉਹ ਉਸ ਬੰਦੇ ਨੂੰ ਚੂਜ਼ ਕਰਦੇ ਆ, ਬਟ ਇਹ ਆਉਣ ਵਾਲਾ ਫਿਊਚਰ ਨਹੀਂ ਵੇਂਦੇ ਕਿ ਸ਼ਾਇਦ ਜੇ ਇਹਦੇ ਕੋਲ ਅੱਜ ਪੈਸਾ ਨਹੀਂ ਹੈਗਾ ਤਾਂ ਸ਼ਾਇਦ ਆਉਣ ਵਾਲੇ ਸਮੇਂ 'ਚ ਹੋ ਸਕਦਾ ਆ। ਕਿਉਂਕਿ ਬੰਦੇ ਦੇ ਕਦੀ ਵੀ ਪ੍ਰੈਜ਼ੈਂਟ ਨੂੰ ਵੇਖ ਕੇ ਉਹਦਾ ਫਿਊਚਰ ਨਹੀਂ ਜੱਜ ਕਰਨਾ ਚਾਹੀਦਾ ਕਿ ਫਿਊਚਰ 'ਚ ਕੀ ਹੋ ਸਕਦਾ ਆ ਜੀ। ਸੈਕਿੰਡ, ਕਿਉਂਕਿ ਫਿਊਚਰ ਸਾਡੇ ਹੱਥ, ਆਪਾਂ ਆਪਣੇ ਫਿਊਚਰ ਨੂੰ ਕਿੱਦਾਂ ਦਾ ਪਲਾਨ ਕਰਨਾ ਹੈ, ਆਪਾਂ ਫਿਊਚਰ ਨੂੰ ਕਿੱਦਾਂ ਦਾ ਬਣਾ ਸਕਦੇ ਹਾਂ। ਅੱਜ ਦੇ ਦਿਨਾਂ ਨੂੰ ਵੇਖ ਕੇ ਤੁਸੀਂ ਕੱਲ ਦਾ ਉਹਦਾ ਫਿਊਚਰ ਜੇ ਜੱਜ ਕਰਦੇ ਪਏ ਤੇ ਦੈਟਸ ਨੋਟ ਰਾਈਟ। ਅੱਜ ਦੇ ਲੋਕ ਸਿਰਫ ਪੈਸਾ ਮੈਟਰ ਕਰਦੇ, ਮੈਂ ਪੈਸਾ ਨਹੀਂ ਮੈਟਰ ਕਰਦਾ ਆਪਣੀ ਜ਼ਿੰਦਗੀ 'ਚ। ਮੈਂ ਇਹ ਚੀਜ਼ ਮੈਟਰ ਕਰਦਾ ਕਿ ਜਿਹੜਾ ਬੰਦਾ ਤੁਹਾਡਾ ਸਾਥ ਦੇ ਸਕਦਾ ਚੰਗੇ ਸਮੇਂ 'ਚ ਵੀ ਮਾੜੇ ਸਮੇਂ 'ਚ, ਉਹ ਤੁਹਾਡੇ ਲਈ ਵੈਲ ਐਂਡ ਗੁੱਡ ਬੰਦਾ ਆ, ਤੇ ਉਹ ਕੋਈ ਵੀ ਹੋ ਸਕਦਾ ਆ। ਜੀ। ਹਾਂਜੀ। ਤੇ ਹੁਣ ਭਵਿੱਖ ਨੂੰ ਲੈ ਕੇ ਕੀ ਸੁਪਨਾ ਦੇਖਦੇ ਹੋ, ਕੀ ਕਰਨਾ ਚਾਹੁੰਦੇ ਹੋ, ਕਿੱਥੇ ਤੱਕ ਪਹੁੰਚਣਾ ਚਾਹੁੰਦੇ ਹੋ? ਮੈਡਮ ਮੇਰਾ ਇੱਕੋ ਹੀ ਸੁਪਨਾ ਆ ਕਿ ਜ਼ਿੰਦਗੀ 'ਚ ਮਤਲਬ ਇਹਦੇ ਲਾਈਫ ਦੇ ਆਉਣ ਤੋਂ ਪਹਿਲਾਂ ਵੀ ਤੇ ਇਸ ਤੋਂ ਬਾਅਦ ਤੇ ਚਲੋ ਬਾਬਾ ਜੀ ਦੀ ਮਿਹਰ ਨੇ ਹੋਰ ਉਹਦੇ ਨੇੜੇ ਪਹੁੰਚਦੇ ਜਾਂਦੇ ਆ, ਤੇ ਮਤਲਬ ਮੈਂ ਸਟੈਪ ਲੈਂਦਾ ਆ ਨਾ ਉਹਦੇ ਵੱਲ ਨੂੰ, ਕਿ ਮੇਰਾ ਸ਼ੁਰੂ ਤੋਂ ਸੁਪਨਾ ਸੀ ਕਿ ਮੈਂ ਇੱਕ ਹੈਕਰ, ਇਥੀਕਲ ਹੈਕਰ ਬਣਨਾ ਆ। ਤੇ ਚਲੋ ਬਾਬਾ ਜੀ ਦੀ ਮਿਹਰ ਨਾਲ ਫਸਟ ਸਟੈਪ ਉੱਧਰ ਨੂੰ ਸਟੈਪ ਪੱਟਿਆ ਆ, ਔਰ ਉਹਦੇ ਲਈ ਓਪਰਚੁਨਿਟੀਜ਼ ਵੀ ਕਾਫੀ, ਮਤਲਬ ਕਿ ਮੈਂ ਆਪਣੀ ਜੇ ਸਟੱਡੀ ਕਰਦਾ ਜਾਂਦਾ ਆ। ਮੇਰੀ ਹੁਣ ਲਵਲੀ ਦੇ ਵਿੱਚ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਣ ਵਾਲੀ ਆ, ਔਰ ਨੈਕਸਟ ਮੈਨੂੰ ਇਹ ਹੀ ਕਿ ਮੈਨੂੰ ਓਪਰਚੁਨਿਟੀ ਮਿਲੀ ਸੀ ਆਸਟ੍ਰੇਲੀਆ ਦੀ ਸਕਾਲਰਸ਼ਿਪ ਦੇ ਉੱਤੇ ਹੀ, ਤੇ ਮੈਂ ਉਸ ਅਜੇ ਚੂਜ਼ ਕਰਦਾ ਪਿਆ ਕਿ ਮੈਂ ਸਕਾਲਰਸ਼ਿਪ ਉਸ ਨੂੰ ਚੱਕ ਕੇ ਤੇ ਮੈਂ ਆਪਣੀ ਜਿਹੜਾ ਸੁਪਨਾ ਹੈ ਉਹਦੇ ਵੱਲ ਨੂੰ ਇੱਕ ਸੈਕਿੰਡ ਸਟੈਪ ਵੀ ਚੱਕ ਲਾਂ। ਜੀ। ਹਾਂਜੀ। ਤੁਹਾਡਾ ਕੀ ਸੁਪਨਾ ਹੁਣ? ਸੁਪਨਾ ਤਾਂ ਮੈਮ ਹਲੇ ਤਾਂ ਮੈਮ ਸੋਚ ਰਹੇ ਹਾਂ ਵੀ ਅੱਗੇ ਜਾ ਕੇ ਮਿਹਨਤ ਕਰੀਏ। ਹਲੇ ਤਾਂ ਅਸੀਂ ਮਿਹਨਤ ਕਰ ਰਹੇ ਹਾਂ ਦੋਨੇ ਜਾਣੇ, ਫਿਰ ਘਰ ਬਣਾਵਾਂਗੇ, ਫਿਰ ਫੈਮਿਲੀ ਨੂੰ ਨਾਲ ਰੱਖਾਂਗੇ। ਹਲੇ ਅਸੀਂ ਮਤਲਬ ਰੈਂਟ ਤੇ ਰਹਿ ਰਹੇ ਹਾਂ ਨਾ, ਤੇ ਫੈਮਿਲੀ ਨੂੰ ਵੀ ਨਾਲ ਰੱਖਣਾ। ਸਭ ਤੋਂ ਵੱਡਾ ਇਹੋ ਹੀ ਹੈ ਕਿ ਮੈਮ ਜਿਹੜੀ ਸਾਡੇ ਮਾਂ-ਬਾਪ ਨੇ ਇੰਨਾ ਕਸ਼ਟ ਸਹਿਆ ਆ ਸਾਨੂੰ ਇੱਥੋਂ ਤੱਕ ਪਹੁੰਚਾਉਣ ਲਈ, ਕਿ ਉਹਨਾਂ ਦੀ ਗੱਲ ਜਿਹੜੀ ਮੂੰਹ ਚੋਂ ਨਿਕਲਦੀ ਆ, ਇੰਨੇ ਜੋਗੇ ਹੋ ਜਾਈਏ ਕਿ ਉਹਨਾਂ ਦੀ ਗੱਲ ਮੂੰਹ ਚੋਂ ਨਿਕਲਣ ਤੋਂ ਪਹਿਲਾਂ ਹੀ ਪੂਰੀ ਕਰ ਦਿੱਤੀ ਜਾਵੇ, ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ, ਤੇ ਜਿਹੜਾ ਆਪਣਾ ਘਰ ਨਹੀਂ ਹੈਗਾ ਆਪਣਾ ਘਰ ਬਣ ਜੇ। ਬਸ ਇਹ ਸਭ ਤੋਂ ਵੱਡਾ ਸੁਪਨਾ ਆ, ਤੇ ਉਹ ਸੁਪਨਾ ਤਾਂ ਪੂਰਾ ਹੋਊਗਾ ਕਿ ਜੇ ਮੈਂ ਬਾਬਾ ਆਪਣੀ ਡ੍ਰੀਮ ਪੂਰਾ ਕਰ ਲੈਣਾ, ਮੈਂ ਆਪਣਾ ਇੱਕ ਪ੍ਰੋਫੈਸ਼ਨ ਦੇ ਵਿੱਚ ਪੂਰਾ ਹੋ ਜਾਣਾ, ਤੇ ਉਹ ਡ੍ਰੀਮ ਡੈਫੀਨੇਟਲੀ ਪੂਰਾ ਹੋਊਗਾ। ਹਾਂਜੀ। ਥੈਂਕ ਯੂ ਮੈਮ।